सवेरे अखबार पढ़ते हो? ओ भाई अखबार पढ़ते हो सवेरे? मैनू दस दो माड़ा जा। ये जिहड़ा जीरो आवर हुंदा करंट मुद्दों वास्ते हुंदा है। जिहड़ी ये सीएम साहब नूं ਜਿਹੜੀ सीएम साहब ਨੂੰ ਇਹ ਸਟੇਟਮੈਂਟ ਦੇਣ ਬਾਰੇ ਕਹਿ ਰਹੇ ਨੇ फौजा सिंह सलारी ਦੇ ਇਸ਼ੂ ਦੇ ਉੱਪਰ, ਉਹਦੇ ਬਾਰੇ ਅੱਜ ਦੇ ਪੇਪਰ ਦੇ ਵਿੱਚ ਆ ਦੇਖ ਲੈਣ सीएम साहब ਦੀ ਸਟੇਟਮੈਂਟ ਪਹਿਲੀ ਆ ਚੁੱਕੀ, ਮੈਂ ਪੜ੍ਹ ਦੇਣਾ। When asked about the action being initiated against Sarari, the CM said already a notice has been issued and the party's internal process would be followed. सर मैनू एक गल दसो, जदों एक मुख मंत्री ने सवेर दे अखबार दे विच स्टेटमेंट देती ते बिना पढ़े बिना कुछ पता कीते अखा मलदे हुए विधान सभा दे विच आ जांदे ने। इन्हां नूं पता नहीं हैगा भी पंजाब दे विच चल की रहा, मीडिया दे विच की चल रहा। सिर्फ आके इत्थे ड्रामेबाजी करनी है, नौटंकी करनी है, होर इन्हां नूं कख नहीं आउंदा हैगा। जदों स्टेटमेंट एक मुख मंत्री दी स्टेटमेंट जदों पेपर दे विच आ चुकी ते उरे खड़ के रौला पाई जांदे ने क्योंकि होर मुद्दा कोई नहीं हैगा। सर ये तां इन्हां नूं दा इक्को ही हल है, इन्हां नूं कहो कि जाके जे नहीं पता लगता है कि नहीं सवाल कोई सरकार को करना हैगा, लोकां दी कचहरी दे विच जाण ते किवें थू हुंदी है इन्हां दी, इन्हां नूं पता लग जूगा। यही कांग्रेस पार्टी सारे मुल्क नूं लुट के खा गई, यही 5 साल पंजाब नूं लुट के खा गई। ओ जेड़े क्लीन चिट्टा दिंदे रहे आपदे राणा गुरजीत जी नूं, ओ जेड़े क्लीन चिट्टा दिंदे रहे चन्नी नूं, ਉਹ ਜਿਹੜੇ ਕਲੀਨ ਚਿੱਟਾ ਦਿੰਦੇ ਰਹੇ ਟਰਾਂਸਪੋਰਟ ਘੁਟਾਲੇ 'ਚ ਆ ਰਾਜਾ ਜੀ ਹੋਣਾ ਨੂੰ, ਇਹ ਅੱਜ ਜੇ ਸਾਡੇ ਤੋਂ ਇਮਾਨਦਾਰੀ ਦਾ ਸਾਨੂੰ ਪਾਠ ਪੜਾਉਣਗੇ ਨਾ ਇਹ ਤੇ ਇਹਨਾਂ ਨੂੰ ਮੂੰਹ ਦੀਆਂ ਖਾਣੀਆਂ ਪੈਣਗੀਆਂ। ਅੱਜ ਪੂਰੇ ਮੁਲਕ ਦੇ ਵਿੱਚ ਇੱਕੋ ਇੱਕ ਪਾਰਟੀ ਜੇ ਕੋਈ ਇਮਾਨਦਾਰੀ ਦਾ ਝੰਡਾ ਬਰਦਾਰ ਹੈ ਤੇ ਉਹ ਅਰਵਿੰਦ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਹੈ। ਪੰਜਾਬ ਦੇ ਵਿੱਚ ਪਿਛਲੇ 70 ਸਾਲਾਂ ਦੇ ਵਿੱਚ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੇ ਲਈ ਉਹ ਅੱਜ ਤੱਕ 70 ਸਾਲਾਂ ਦੇ ਵਿੱਚ ਨਹੀਂ ਹੋਇਆ ਜੋ ਇਹਨਾਂ 6 ਮਹੀਨਿਆਂ ਦੇ ਵਿੱਚ ਭਗਵੰਤ ਮਾਨ ਦੀ ਸਰਕਾਰ ਨੇ ਕਰਕੇ ਦਿਖਾ ਦਿੱਤਾ। ਪਰ ਨਾ, ਔਰ ਮੈਨੂੰ ਲੱਗਦਾ ਇਹਨਾਂ ਚੋਂ ਅੱਧੇ ਕੁ ਤਾਂ ਬੀਜੇਪੀ 'ਚ ਵਾਗੇ, ਅੱਧੇ ਕੁ ਨੇ ਜਿਹੜੇ ਅੰਦਰ ਹੋ ਗਏ, ਬਾਹਰ ਗਿਣੇ ਚੁਣੇ ਜੇ ਵੱਜਦੇ ਨੇ, ਦਿਨ ਇਹਨਾਂ ਦੇ ਵੀ ਥੋੜ੍ਹੀ ਬਚਦੇ ਨੇ। ਜਾਂ ਤਾਂ ਇਹ ਅੰਦਰ ਹੋਣਗੇ ਤੇ ਜਾਂ ਇਹ ਕਿਸੇ ਨਾ ਕਿਸੇ ਪਾਸੇ ਇਹ ਮੂੰਹ ਲੁਕਾਉਣ ਲਈ ਜਾਣਗੇ। ਸੋ ਮੇਰੀ ਬੇਨਤੀ ਤੁਹਾਨੂੰ ਇਹ ਹੈ, ਇਹਨਾਂ ਨੂੰ ਕਹੋ ਜਾਂ ਤਾਂ ਕੰਡਕਟ ਹੈ ਜਿਹੜਾ ਹਾਊਸ ਦਾ ਉਹ ਡੈਕੋਰਮ ਹੈ ਜਿਹੜਾ ਰੱਖਣ, ਨਹੀਂ ਉਹ ਡਰਾਮੇਬਾਜ਼ੀਆਂ ਕਰਨ ਦੀ ਲੋੜ ਨਹੀਂ ਹੈਗੀ। ਚੋਰ ਮਚਾਏ ਸ਼ੋਰ ਵਾਲਾ ਕੰਮ ਹੈ ਜਿਹੜਾ 900 ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ, ਇਹ ਸਾਨੂੰ ਸਮਝਾਉਂਦੇ ਨੇ, ਇਹ ਸਾਨੂੰ ਇਮਾਨਦਾਰੀ ਦਾ ਪਾਠ ਪੜਾਉਂਦੇ ਨੇ। ਸਿਰੇ ਦੇ ਬੇਈਮਾਨ, ਸਿਰੇ ਦੇ ਚੋਰ, ਸਿਰੇ ਦੇ ਡਾਕੂ ਜਿਹੜੇ ਪੰਜਾਬ ਨੂੰ ਲੁੱਟ ਕੇ ਖਾ ਗਏ, ਇਹ ਸਾਨੂੰ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦੇ ਸਿਪਾਹੀਆਂ ਨੂੰ ਇਹ ਪਾਠ ਪੜਾਉਣਗੇ ਇਮਾਨਦਾਰੀ ਦਾ। ਸੋ ਇਹਨਾਂ ਨੂੰ ਕਹੋ ਚੁੱਪ ਕਰਕੇ ਬੈਠਣ। ਜੇ ਲੱਤਾਂ ਭਾਰ ਚੱਲਦੀਆਂ ਨੇ ਤੇ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਸਾਡੇ ਸਵਾਲਾਂ ਦਾ, ਸਾਡੇ ਮੁੱਦਿਆਂ ਦਾ ਇਹ ਜਵਾਬ ਦੇਣ। ਸਾਨੂੰ ਪ੍ਰੋਡਕਟਿਵ ਕੋਈ ਪੋਜ਼ਿਟਿਵ ਸਵਾਲ ਕਰਨ ਤੇ ਸਮਝ ਆਉਂਦੀ ਹੈ। ਆਹ ਜੀ ਨੌਨਸੈਂਸ ਸਰ ਇਹਨਾਂ ਨੂੰ ਕੋਈ ਬੰਦ ਕਰੇ ਇਹ ਨਹੀਂ ਚੱਲਣਾ ਹੈਗਾ। ਰਿਕਾਰਡ ਤੇ ਨਾ ਲੈਂਦਾ ਜਾਵੇ। ਜਿਸ ਦਿਨ ਬਾਜਵਾ ਸਾਹਿਬ ਨੇ ਦਿਨ ਵਧਾਉਣ ਦੀ ਗੱਲ ਕੀਤੀ ਸੀ ਤਾਂ ਮੈਨੂੰ ਬਹੁਤ ਸਕੂਨ ਹੋਇਆ ਸੀ ਕਿ ਹੁਣ ਵੱਧ ਦਿਨ ਪੰਜਾਬ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਅਸੀਂ ਇੱਥੇ ਡਿਸਕਸ ਕਰਾਂਗੇ। ਬੈਠੋ ਇੱਕ ਮਿੰਟ, ਤੁਹਾਨੂੰ ਮੌਕਾ ਦੇਣਾ ਜੀ, ਸੁਖੀ ਜੀ ਤੁਹਾਨੂੰ ਮੌਕਾ ਦੇ ਰਹੇ ਹਾਂ। ਪੰਜਾਬ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਇੱਥੇ ਡਿਸਕਸ ਕਰਾਂ। ਬੈਠੋ ਮੰਤਰੀ ਜੀ, ਲੇਕਿਨ ਆਹ ਡਿਸਕਸ਼ਨ ਹੋਣੀ ਹੈ। ਮੈਂ ਬੇਨਤੀ ਕਰਦਾ ਹੈ ਤੁਸੀਂ ਚਲੇ ਜਾਓ ਆਪਦੀਆਂ ਸੀਟਾਂ ਤੇ। ਪੰਜਾਬ ਦੇ ਲੋਕਾਂ ਦਾ ਪੈਸਾ ਬਰਬਾਦ ਨਾ ਕਰੋ, ਸਮਾਂ ਬਰਬਾਦ ਨਾ ਕਰੋ, ਵਿਸ਼ਵਾਸਘਾਤ ਨਾ ਕਰੋ ਪੰਜਾਬ ਦੇ ਲੋਕਾਂ ਨਾਲ। ਕੁੰਵਰ ਵਿਜੇ ਪ੍ਰਤਾਪ ਜੀ ਕੁਝ ਕਹਿਣਾ ਚਾਹੁੰਦੇ ਨੇ। ਮਾਨਯੋਗ ਸਪੀਕਰ ਸਾਹਿਬ, ਸਾਡੇ ਜਿਹੜੇ ਵਿਪਕਸ਼ ਦੇ ਸਾਥੀ ਨੇ ਇਹਨਾਂ ਨੂੰ ਕਾਈਂਡਲੀ ਮੈਂ ਵੀ ਬੇਨਤੀ ਕਰਦਾ ਹਾਂ ਕਿ ਤੁਸੀਂ ਬਹਿ ਜਾਓ, ਨਹੀਂ ਬੈਠਣਾ ਹੈ ਤਾਂ ਤੁਸੀਂ ਬਾਹਰ ਚਲੇ ਜਾਓ। ਅਸੀਂ ਬਹੁਤ ਇੰਪੋਰਟੈਂਟ ਮੁੱਦੇ ਦੇ ਉੱਤੇ ਗੱਲ ਕਰਨੀ ਹੈ। ਤੁਸੀਂ ਰਾਜਾ ਬੜਿੰਗ ਜੀ ਤੁਸੀਂ ਕਾਈਂਡਲੀ ਬਹਿ ਜਾਓ, ਸਾਰੇ ਮੇਰੀ ਵੀ ਗੱਲ ਸੁਣ ਲਓ। ਤੁਸੀਂ ਸਾਰੇ ਬਹਿ ਜਾਓ, ਕਾਈਂਡਲੀ ਤੁਸੀਂ ਸਾਰੇ ਬਹਿ ਜਾਓ। ਮੈਂ ਬਰਗਾੜੀ ਮੁੱਦੇ ਤੇ ਗੱਲ ਕਰਨੀ ਚਾਹੁੰਦਾ ਹਾਂ। ਸੁਣੋ, ਮੈਂ ਬਰਗਾੜੀ ਦੇ ਮੁੱਦੇ ਤੇ ਗੱਲ ਕਰਨਾ ਚਾਹੁੰਦਾ ਹਾਂ। ਜ਼ੀਰੋ ਆਵਰ ਦੇ ਵਿੱਚ ਤੁਸੀਂ ਆਪਦੀ ਗੱਲ ਰੱਖੋ ਜੀ, ਗੱਲ ਕਰ ਲੈਣ ਦਿਓ। ਐਡਰੈਸ ਕਰੋ ਚੇਅਰ ਨੂੰ ਐਡਰੈਸ ਕਰੋ, ਗੱਲ ਰੱਖੋ ਤੁਸੀਂ ਆਪਣੀ, ਮੈਨੂੰ ਬੋਲਣ ਦਿਓ। ਤੁਸੀਂ ਗੱਲ ਰੱਖੋ ਜੀ। ਮਾਨਯੋਗ ਸਪੀਕਰ ਸਾਹਿਬ, ਮੈਂ ਬਰਗਾੜੀ ਮੁੱਦੇ ਦੇ ਉੱਤੇ ਗੱਲ ਕਰਨਾ ਚਾਹੁੰਦਾ ਹਾਂ। ਪਿਛਲੇ ਸੈਸ਼ਨ ਦੇ ਵਿੱਚ ਵੀ ਮੈਂ ਸਮਾਂ
ਵਾਸਤੇ ਰਿਕੁਐਸਟ ਕੀਤੀ ਸੀ, ਸਮਾਂ ਨਹੀਂ ਮਿਲਿਆ। ਹਾਲਾਂਕਿ 0 ਆਵਰ ਦੇ ਵਿੱਚ ਗੱਲ ਪੂਰੀ ਨਹੀਂ ਹੋ ਸਕਦੀ ਹੈ, ਸ਼ੋਰ ਸ਼ਰਾਬੇ ਦੇ ਵਿੱਚ ਵੀ ਗੱਲ ਪੂਰੀ ਨਹੀਂ ਹੋ ਸਕਦੀ ਹੈ, ਲੇਕਿਨ ਮੈਂ ਇਹਨਾਂ ਨੂੰ ਇਹੀ ਕਹਾਂਗਾ ਕਿ ਤੁਸੀਂ ਚੇਅਰ ਨੂੰ ਐਡਰੈਸ ਕਰੋ ਜੀ, ਤੁਸੀਂ ਉਹਨਾਂ ਨੂੰ ਕੁਝ ਨਹੀਂ ਕਹਿਣਾ, ਤੁਸੀਂ ਚੇਅਰ ਨੂੰ ਐਡਰੈਸ ਕਰੋ। ਠੀਕ, ਤੁਸੀਂ ਗੱਲ ਰੱਖੋ ਆਪਣੀ। ਬਾਜਵਾ ਸਾਹਿਬ ਮਾਨਯੋਗ ਲੀਡਰ ਆਫ ਆਪੋਜੀਸ਼ਨ, ਤੁਸੀਂ ਗੱਲ ਕਰੋ ਜੀ। ਮੈਂ ਮਾਨਯੋਗ ਸਪੀਕਰ ਸਾਹਿਬ ਦੇ ਰਾਹੀਂ ਬੇਨਤੀ ਕਰਾਂਗਾ ਕਿ ਤੁਸੀਂ ਬਹਿ ਜਾਓ। ਤੁਸੀਂ ਗੱਲ ਕਰੋ ਜੀ, ਕੁੰਵਰ ਜੀ ਗੱਲ ਕਰੋ। ਸਰ कंटिन्यू करो। नहीं ठीक है, नहीं आवाज नहीं जाएगी ना सर। बहुत ही अहम मुद्दा है सर, 2 अहम मुद्दे ने। इस तो पहला कि मैं बरगाड़ी ते बोलना है, मैं लोटस ऑपरेशन ते भी 2 लाइन बोलना चाहता हाँ। तुसी एक मुद्दे ते बोलो, जल्दी बोलो, अगे मता पेश करना। सर बरगाड़ी दा जड़ा मुद्दा है ਇਹ ਸ਼ੋਰ ਸ਼ਰਾਬੇ ਦੇ ਵਿੱਚ ਨਹੀਂ ਬੋਲਿਆ ਜਾ ਸਕਦਾ ਹੈ। ਮੈਂ ਇਸ ਕਰਕੇ ਬੇਨਤੀ ਕਰਾਂ ਕਿ ਜੇਕਰ ਇਹ ਨਹੀਂ ਬੈਠਣਾ ਚਾਹੁੰਦੇ ਇਹਨਾਂ ਨੂੰ ਬਾਹਰ ਕਰ ਦਿੱਤਾ ਜਾਵੇ ਸਰ, ਇਹਨਾਂ ਨੂੰ ਬਾਹਰ ਕਰ ਦਿੱਤਾ ਜਾਵੇ ਜੇਕਰ ਨਹੀਂ ਬੈਠਣਾ ਚਾਹੁੰਦੇ ਨੇ। ਤੁਸੀਂ ਆਪਣੀ ਗੱਲ ਜਾਰੀ ਰੱਖੋ, ਤੁਹਾਡੀ ਗੱਲ ਜਾ ਰਹੀ ਹੈ ਸਰ ਜੀ, ਬੋਲੋ। ਸਰ ਸਾਰੇ ਪੰਜਾਬ ਨੂੰ ਪਤਾ ਹੈ ਸਰ, ਸਾਰੇ ਪੰਜਾਬ ਨੂੰ ਪਤਾ ਹੈ ਕਿ 2015 ਦੇ ਵਿੱਚ बरगाड़ी का इंसीडेंट होया सी, बेअदबी का इंसीडेंट होया सी, उस तो बाद गोली चली सी। आने वाले 14 अक्टूबर को 7 साल पूरे हो रहे ने सर। आने वाले 14 अक्टूबर को 7 साल पूरे हो रहे ने सर। जो पिछले 14 तारीख को सुखबीर बादल SIT ने तलब किया सी। राजा बड़िंग जी काइंडली बैठ जाओ, बहुत अहम मुद्दा है जी, बहुत अहम मुद्दा है। नहीं तो मान के चलिया जाऊंगा कि तुसी सारे दोषी हो, तुसी सारे दोषी हो। ठीक है, 5 साल तुसी जो किया बहुत गलत किया। कैप्टन अमरिंदर सिंह नूं सजा मिल चुकी है इस चीज की, तुसी काइंडली बह के सुन लो। कुंवर जी तुहाडी गल सारा पंजाब सुन रहा, तुसी गल करो सर। जो 14 तारीख ਨੂੰ SIT ने तलब किया सी सुखबीर बादल ਨੂੰ। ਜਦੋਂ ਸੁਖਬੀਰ ਬਾਦਲ ਕੁਐਸਚਨਿੰਗ ਤੋਂ ਬਾਅਦ ਬਾਹਰ ਨਿਕਲੇ, ਪਹਿਲਾ ਬਿਆਨ ਸੀਗਾ ਉਹਨਾਂ ਨੂੰ ਗੱਲ ਕਰ ਲੈਣ ਦਿਓ, ਕਰੋ ਉਹਨਾਂ ਨੂੰ ਗੱਲ ਕਰਨ ਦਿਓ। ਅਮਨ ਜੀ ਸਰ ਸੁਖਬੀਰ ਬਾਦਲ ਜਦੋਂ ਬਾਹਰ ਨਿਕਲੇ, ਉਹਨਾਂ ਦਾ ਬਿਆਨ ਸੀਗਾ ਕਿ ਜਦੋਂ ਸਾਡੀ ਸਰਕਾਰ ਆਊਗੀ ਕੰਵਰ ਵਿਜੇ ਪ੍ਰਤਾਪ ਨੂੰ ਨਹੀਂ ਛੱਡਾਂਗੇ ਜੀ। ਇਹ 14 ਤਾਰੀਖ ਦੀ ਗੱਲ ਹੈ। 7 ਤਾਰੀਖ ਨੂੰ ਨੌਨਿਹਾਲ ਸਿੰਘ ਦੇ SIT ਨੇ ਬੁਲਾਈ ਸੀ ਉਹਨਾਂ ਨੂੰ, ਤੇ 14 ਤਾਰੀਖ ਨੂੰ LK ਜਾਦਵ ਵਾਲੀ SIT। ਮੈਂ ਮਾਨਯੋਗ ਸਪੀਕਰ ਸਾਹਿਬ ਪੁੱਛਣਾ ਚਾਹੁੰਦਾ ਹਾਂ ਕਿ ਜਦੋਂ SIT LK ਜਾਦਵ ਨੇ ਤਲਬ ਕੀਤੀ ਸੀ ਸੁਖਬੀਰ ਬਾਦਲ ਨੂੰ, ਤੇ ਬਾਹਰ ਨਿਕਲਦੇ ਹੀ ਕੰਵਰ ਵਿਜੇ ਪ੍ਰਤਾਪ ਦੇ ਖਿਲਾਫ ਬੋਲ ਰਿਹਾ ਹੈ ਸੁਖਬੀਰ ਬਾਦਲ, ਉਹਨੂੰ ਇਹ ਪਾਵਰ ਦਿੱਤਾ ਕਿਸਨੇ? ਕਾਰਨ कि जो अंदर पूछगिछ हुई है वो अंदर पूछगिछ हुई नहीं। LK जादव वाली SIT ने कोई पूछगिछ नहीं की थी। चाह पकौड़े खिला के उन्होंने भेज दिता गया, एक कह के भेज दिता गया कि कंवर विजय प्रताप करके ही तो तुहानू बुलाना पिया, असी तो नहीं बुलाना चाहुंदा सी। हुण किरदार सुनो मानयोग स्पीकर साहब, जो LK जादव की SIT बनाई गई, सारे लोगों को यह पता है कि LK जादव ਨੂੰ ਹਾਈ ਕੋਰਟ ਨੇ ਲਗਾਇਆ ਸੀ, ਹਾਈ ਕੋਰਟ ਨੇ ਨਹੀਂ ਲਗਾਇਆ ਹੈ LK ਜਾਦਵ ਨੂੰ। ਤੁਸੀਂ ਦੇਖੋਗੇ LK ਜਾਦਵ IG ਰੈਂਕ ਦਾ ਅਫਸਰ ਹੁੰਦਾ ਸੀ, ਲੇਕਿਨ ਹਾਈ ਕੋਰਟ ਦਾ ਆਰਡਰ ਸੀ ਕਿ ADGP ਰੈਂਕ ਦਾ ਅਫਸਰ ਲਗਾਉਣਾ ਹੈ। ਉਸ ਵੇਲੇ ਜੋ ਇਹਨਾਂ ਦਾ ਗ੍ਰੇਡੇਸ਼ਨ ਲਿਸਟ ਹੈ IPS ਦਾ 35 ਤੋਂ ਉੱਪਰ ਅਫਸਰ ਸੀਗੇ, ਜੋ ADGP ਜਾਂ ਉਸ ਤੋਂ ਉੱਪਰ ਸੀਗੇ। ਹੁਣ ਸਪੀਕਰ ਸਾਹਿਬ 4 ਮਈ ਨੂੰ 8 ਅਫਸਰਾਂ ਦੀ ਬਰੀਫ ਕਰ ਲੋ ਪ੍ਰੋਮੋਸ਼ਨ ਕੀਤੀ ਜਾਂਦੀ ਹੈ। 8 ਅਫਸਰਾਂ ਦਾ ਪ੍ਰੋਮੋਸ਼ਨ ਹੁੰਦਾ ਹੈ, ਉਸ ਦੇ ਵਿੱਚ 8ਵੇਂ ਨੰਬਰ ਤੇ LK ਜਾਦਵ ਹੈ, ਔਰ LK ਜਾਦਵ ਨੂੰ ਸਿੱਟ ਦਾ ਮੁਖੀ ਬਣਾਇਆ ਜਾ ਰਿਹਾ ਹੈ। ਇਟ ਮੀਨਸ LK ਜਾਦਵ ਨੂੰ ਪ੍ਰੋਮੋਸ਼ਨ ਦੇ ਕੇ ADGP ਬਣਾ ਕੇ ਸਿੱਟ ਦਾ ਮੁਖੀ ਲਗਾਇਆ ਜਾ ਰਿਹਾ ਹੈ। ਤੁਸੀਂ ਸੋਚ ਸਕਦੇ ਹੋ ਇਹ काम कैप्टन अमरिंदर सिंह जी की सरकार ने की सी। तुसी समझ सकते हो कि यह काम क्यों किया गया।
ਜਾਂ ਤਾਂ ਦਾਲ ਦੇ ਵਿੱਚ ਕਾਲਾ ਹੈ ਜਾਂ ਸਮੁੱਚੀ ਦਾਲ ਹੀ ਕਾਲੀ ਹੈ, ਤਾਂ ਪ੍ਰਮੋਸ਼ਨ ਦੇ ਕੇ ਸਭ ਤੋਂ ਥੱਲੇ ਜੋ ਸੀਗੇ ਉਹਨਾਂ ਨੂੰ ਸਿੱਟ ਦਾ ਮੁਖੀ ਲਗਾਇਆ ਗਿਆ। ਹੁਣ ਮਾਨਯੋਗ ਸਪੀਕਰ ਸਾਹਿਬ ਥੋੜੀ ਸੀ ਗੱਲ ਬਰੀਫ, ਕਿਉਂਕਿ 9 ਅਪ੍ਰੈਲ ਨੂੰ ਜੋ ਰਿਪੋਰਟ ਖਾरिज ਹੋਈ ਸੀ, ਮੈਂ ਉਦੋਂ ਵੀ ਬੇਨਤੀ ਕੀਤੀ ਸੀ कि रिपोर्ट खारिज हो गई, कोई किंतु परंतु मैं नहीं करता, लेकिन कोई भी व्यक्ति उस रिपोर्ट दे विच कोई एक लाइन दी खामी दिखा देवे, एक लाइन दी खामी दिखा देवे, आज तक किसी ने ਉਹਦੇ ਵਿੱਚ एक लाइन दी गलती नहीं कट सकिया जी। आज तक किसी ਨੂੰ एक लाइन गलती नहीं मिली है। मानयोग स्पीकर साहब, ਇਹ 9 ਅਪ੍ਰੈਲ ਨੂੰ ਜਿਹੜਾ ਆਰਡਰ ਆਇਆ ਸੀ, मैं 8 ਅਪ੍ਰੈਲ ਨੂੰ ਮਾਨਯੋਗ ਚੀਫ ਮਿਨਿਸਟਰ ਉਦੋਂ ਦੇ ਕੈਪਟਨ ਅਮਰਿੰਦਰ ਸਿੰਘ ਨੂੰ ਜਾ ਕੇ ਮਿਲ ਕੇ ਆਇਆ ਸੀ। ਮੈਂ ਬੇਨਤੀ ਕੀਤੀ ਸੀ ਕਿ ਮਾਨਯੋਗ ਚੀਫ ਮਿਨਿਸਟਰ ਸਾਹਿਬ ਇਹ ਰਿਪੋਰਟ ਖਾरिज ਨਾ ਕਰਾਓ, ਜੇਕਰ ਤੁਹਾਡਾ ਐਡਵੋਕੇਟ ਜਨਰਲ ਬਿਮਾਰ ਹੈ ਤਾਂ ਤੁਸੀਂ ਡੇਟ ਲੈ ਲਓ। ਡੇਟ ਹਮੇਸ਼ਾ ਮਿਲ ਜਾਂਦਾ ਹੈ, ਜੇਕਰ ਐਡਵੋਕੇਟ ਜਨਰਲ ਬਿਮਾਰ ਹੁੰਦਾ ਹੈ ਤਾਂ ਡੇਟ ਹਮੇਸ਼ਾ ਮਿਲ ਜਾਂਦਾ ਹੈ। ਲੇਕਿਨ ਇਹਨਾਂ ਨੂੰ ਬਹੁਤ ਹੀ ਜਲਦਬਾਜ਼ੀ ਸੀਗੀ। ਇਹਨਾਂ ਦਾ ਜਿਹੜਾ ਸੀਗਾ जो एडवाइजर प्रशांत किशोर एडवाइजर सीगा, उस एडवाइजर की सलाह ते सारा काम किया गया। मानयोग स्पीकर साहब, एक ईमेल है 9 तारीख का, जिस दिन रिपोर्ट खारिज हुई सी उस दिन एक ईमेल आया है DGP नूं ते सरकार दे वड्डे अहुदेदारां नूं। ਇਹ ईमेल पढ़ के तुहानूं पता लग जाएगा कि सरकार नूं बहुत जल्दबाजी सीगी SIT दी रिपोर्ट खारिज कराउण दी। ਇਹ ईमेल मैं सारिਆਂ ਨੂੰ आज सारे मानयोग मैंबर साहिबान ਨੂੰ मैं दे दिंदा हाँ, क्योंकि ਇਹ ईमेल दसदा है कि पंजाब सरकार जो सीगी कैप्टन अमरिंदर सरकार, ਉਹਨਾਂ ਨੂੰ बहुत ही जल्दबाजी सीगी। बाजवा साहब बह जाओ, तुहाडे काम की गल चल रही है। बाजवा साहब तुसीं बह जाओ, तुहाडे काम की चीज़ है। मानयोग स्पीकर साहब, ਇਹ ईमेल दसदा है कि कैप्टन अमरिंदर सिंह की सरकार नूं बहुत जल्दबाजी सीगी कि रिपोर्ट खारिज करवाई जाए। एक क्लीयर कट ਇਹਦੇ ਵਿੱਚ सारा कुछ ਇਹਦੇ ਵਿੱਚ आ गया है, लेकिन इस ईमेल का कोई जिक्र, जो रिपोर्ट आई है, जो फैसला आया हाई कोर्ट का, ਉਹਦੇ ਵਿੱਚ इस ईमेल का कोई जिक्र नहीं है। देख लो, जहाँ इस ईमेल ਦੇ ਵਿੱਚ जो कंटेंट्स ने ਉਹਨਾਂ ਦੇ बारे कोई भी जिक्र नहीं है। दूसरी गल मानयोग स्पीकर साहब, जो 9 अप्रैल ਨੂੰ रिपोर्ट खारिज हो गई सी, ਉਸ ਦਾ रिटन ऑर्डर 23 तारीख ਨੂੰ आ रहा है, 23 अप्रैल ਨੂੰ आ रहा है। मानयोग स्पीकर साहब, ये मुल्क ਦਾ संविधान है। मुल्क ਦੇ संविधान ਦੇ ਵਿੱਚ ਕਿਸੇ ਵੀ ਥਾਂ ਤੇ नहीं लिखिया होया है कि ਤੁਸੀਂ 9 तारीख ਨੂੰ रिपोर्ट खारिज करन दा ऑर्डर सुना दो तो 15 दिन बाद तुसी ऑर्डर लिखो। मैं किसी जुडिशियल वर्डिक्ट पे क्वेश्चनिंग नहीं करता हाँ, लेकिन जो गैर संवैधानिक चीज़ है वो हमेशा गैर संवैधानिक है। ठीक है, मैं अपील की हुई है डबल बेंच मानयोग हाई कोर्ट दे विच कि उस फैसले नूं चैलेंज किया जाए। उस फैसले नूं मेरे वालों चैलेंज किया गया है। मैं मानयोग चीफ मिनिस्टर साहब भगवंत मान साहब नूं भी बेनती की है कि पंजाब सरकार जो है, पंजाब सरकार हुण उस अपील नूं अपने पद्धर ते लड़ाई करे। बाजवा साहब, तुहाडे काम की चीज़ है जी, बैठ जाओ। बरगाड़ी का मुद्दा है, 5 साल कांग्रेस ने खराब किया। कुलदीप सिंह धालीवाल, ठीक है कुंवर जी, हो गया। मानयोग स्पीकर साहब, मंत्री मानयोग स्पीकर साहब, मैं तुहाडे राਹੀਂ एक बार बैठो विरोधी धिर नूं कहना चाहुंदा कि सामने बहन 4.5 साल इन्हां दी सरकार ने की कीता। 6 साल पिछले दूजियां सरकारां ने की कीता। असीं 6 ਮਹੀਨਿਆਂ ਦੇ ਵਿੱਚ 5 ਮਹੀਨਿਆਂ ਦੇ ਵਿੱਚ सरदार भगवंत सिंह मान की सरकार ने की कीता। ये लोग मां चोर इकट्ठे होए, अमित शाह के कहने से आज सारे सैशन का माहौल जरा खराब कर रहे हैं। अज असी बहुत वड्डा मुद्दा जड़ा पराली का मुद्दा जड़ा सीगा वो डिस्कस करना सीगा। बहुत सारे पंजाब के होर मुद्दे असी जड़े इत्थे डिस्कस करने सीगे, पर इन्हां नूं कहो कि साडे नाल सामने बैठ, ये सामने बह के साडे नाल गल कर, ये साडे नाल अख च अख बोल,
ਇਹਨਾਂ ਦੀ ਹਿੰਮਤ ਆ ਕੇ ਦੇ ਸਾਹਮਣੇ ਬਹਿਣ, ਅਸੀਂ ਦੱਸੀਏ ਕਿ ਇਹਨਾਂ ਨੇ 5 ਸਾਲ ਕੀ ਕੀਤਾ, ਅਸੀਂ 5 ਮਹੀਨੇ 'ਚ ਕੀ ਕੀਤਾ। ਇਹ ਸਾਡੇ ਸਾਹਮਣੇ ਆਉਣ, ਸਾਹਮਣੇ ਬਹਿ ਕੇ ਦੇਖਣ, ਇਹਨਾਂ ਨੂੰ ਅਸੀਂ ਇੱਕ ਇੱਕ ਚੀਜ਼ ਗਿਣਾ ਕੇ ਦੱਸੀਏ ਕਿ 50 ਸਾਲਾਂ ਵਿੱਚ ਕੀ ਕੀਤਾ। ਬਾਜਵਾ ਦੱਸਾਂਗੇ ਇਹਨਾਂ ਦੀ ਸਰਕਾਰ ਨੇ 50 ਸਾਲਾਂ ਵਿੱਚ ਕੀ ਕੀਤਾ ਸੀ, 50 ਮਹੀਨਿਆਂ ਵਿੱਚ ਕੀ ਕੀਤਾ। ਇਸ ਕਰਕੇ ਮੇਰੀ ਸਪੀਕਰ ਸਾਹਿਬ ਤੁਹਾਨੂੰ ਬੇਨਤੀ ਹੈ, ਇਹਨਾਂ ਨੂੰ ਬਾਇਆ ਜਾਵੇ, ਇਹਨਾਂ ਨੂੰ ਬਾਇਆ ਜਾਵੇ ਜਾਂ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ, ਕਿਉਂਕਿ ਸੈਸ਼ਨ ਜਿਹੜਾ ਅਸੀਂ ਚਲਾਉਣਾ ਪੰਜਾਬ ਦੇ ਲੋਕਾਂ ਦੇ ਬਹੁਤ ਵੱਡੇ ਮੁੱਦੇ ਨੇ, ਪੰਜਾਬ ਦੇ ਬਹੁਤ ਮਸਲੇ ਨੇ। ਠੀਕ ਹੈ, ਤੁਹਾਡੀ ਗੱਲ ਆ ਗਈ। ਅਗਲੀ ਆਈਟਮ, ਇਹ ਜਾਣ ਬੁੱਝ ਕੇ ਅਗਲੀ ਆਈਟਮ ਸ਼੍ਰੀਮਤੀ ਸਰਬਜੀਤ ਕੌਰ ਮਾਣੂਕੇ MLA ਮਤਾ ਪੇਸ਼ ਕਰਨ। ਸਪੀਕਰ ਸਾਹਿਬ, ਮੈਂ ਤੁਹਾਡੇ ਮਾਰਫਤ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦੀ ਹਾਂ। ਲੀਡਰ ਆਫ ਮਤਾ ਪੇਸ਼ ਕਰੋਗੇ ਤੁਸੀਂ? ਸਪੀਕਰ ਸਾਹਿਬ, ਲੀਡਰ ਆਫ ਆਪੋਜੀਸ਼ਨ ਨੂੰ ਇਹ ਗੱਲ ਜ਼ਰੂਰ ਕਹਿ ਦਿਓ ਅੱਜ ਬਈ ਜਿਹੜਾ ਇਹਨਾਂ ਦੇ ਰਾਜ ਦੇ ਵਿੱਚ ਐਸੀ ਬੱਚਿਆਂ ਦਾ ਘਾਣ ਹੋਇਆ ਜਿਸ ਤੋਂ ਭੱਜ ਰਹੇ, ਅੱਜ ਬੈਠ ਕੇ ਸੁਣ ਕੇ ਜਾਣ। ਮਤਾ ਪੇਸ਼ ਕਰੋ। ਇਹ ਸਦਨ ਰਾਜ ਸਰਕਾਰ ਨੂੰ ਪੁਰਜ਼ੋਰ ਸਿਫਾਰਿਸ਼ਾਂ ਨੂੰ ਵਜ਼ੀਫੇ ਸਮੇਂ ਸਿਰ ਨਾ ਮਿਲਣ ਕਰਕੇ ਸਰਟੀਫਿਕੇਟ ਵਿਦਿਅਕ ਅਦਾਰਿਆਂ ਵੱਲੋਂ ਨਹੀਂ ਦਿੱਤੇ ਗਏ। ਇਸ ਲਈ ਐਸਸੀ ਬੱਚਿਆਂ ਦੇ ਹਿੱਤਾਂ ਨੂੰ ਸੁਰੱਖਿਅਤ ਕਰਨ ਲਈ ਲੋੜੀਂਦੇ ਉਚਿਤ ਕਦਮ ਚੁੱਕੇ ਜਾਣ। ਸਪੀਕਰ ਸਾਹਿਬ, ਹੁਣ ਇਹਨਾਂ ਨੂੰ ਕਹਿ ਦਿਓ ਵਿਰੋਧੀ ਧਿਰ ਵਾਲਿਆਂ ਨੂੰ, ਬੀਬੀ ਜੀ ਬੈਠੋ, ਮੈਂ ਬੋਲਣਾ। ਸਪੀਕਰ ਸਾਹਿਬ, ਬੀਬੀ ਜੀ ਬੈਠੋ, ਮੈਂ ਬੋਲ ਬੈਠੋ। ਪ੍ਰਸ਼ਨ ਹੈ ਕਿ ਪ੍ਰਸਤਾਵ ਪੇਸ਼ ਕੀਤਾ ਗਿਆ ਕਿ ਇਹ ਸਦਨ ਰਾਜ ਸਰਕਾਰ ਨੂੰ ਪੁਰਜ਼ੋਰ ਸਿਫਾਰਿਸ਼ ਕਰਦਾ ਹੈ ਕਿ ਐਸਸੀ ਬੱਚਿਆਂ ਨੂੰ ਵਜ਼ੀਫੇ ਸਮੇਂ ਸਿਰ ਨਾ ਮਿਲਣ ਕਾਰਨ ਉਹਨਾਂ ਦੇ ਸਰਟੀਫਿਕੇਟ ਵਿਦਿਅਕ ਅਦਾਰਿਆਂ ਵੱਲੋਂ ਨਹੀਂ ਦਿੱਤੇ ਜਾਂਦੇ। ਇਸ ਲਈ ਐਸਸੀ ਬੱਚਿਆਂ ਦੇ ਹਿੱਤਾਂ ਨੂੰ ਸੁਰੱਖਿਅਤ ਕਰਨ ਲਈ ਲੋੜੀਂਦੇ ਉਚਿਤ ਕਦਮ ਚੁੱਕੇ ਜਾਣ। ਬਹਿਸ। ਬੀਬੀ ਸਰਬਜੀਤ ਕੌਰ ਮਾਣੂਕੇ। ਸਪੀਕਰ ਸਾਹਿਬ, ਜਿੱਥੇ ਜੰਮਦਾ ਬੱਚਾ ਸੀਰੀ ਹੈ, ਟਕਿਆਂ ਦੀ ਮੀਰੀ ਪੀਰੀ ਹੈ, ਜਿੱਥੇ ਪੈਰਾਂ ਹੇਠ ਪਨੀਰੀ ਹੈ, ਜਿੱਥੇ ਆਂਡੇ ਕਰਜ਼ ਸੂਦ ਦਾ ਪੁੱਤ ਜੰਮਦੇ ਜਿਹੜੇ, ਤੂੰ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ। ਸਪੀਕਰ ਸਾਹਿਬ, ਇੱਕ ਮਹਾਨ ਕਵੀ 50 ਸਾਲ ਪਹਿਲਾਂ ਆਪਦਾ ਦੁੱਖ ਪ੍ਰਗਟ ਕਰਕੇ ਗਿਆ। ਇੱਕ ਮਹਾਨ ਇਸ ਸਦੀ ਦਾ ਕਵੀ ਕਿ ਮੇਰੇ ਕਸਬੇ ਦੇ ਲੋਕ, ਮੇਰੇ ਕਬੀਲੇ ਦੇ ਲੋਕ, ਇਹਨਾਂ ਨੂੰ ਉੱਚਾ ਚੁੱਕਣ ਦੀ ਕੋਸ਼ਿਸ਼ ਕਰੋ। ਪਰ ਸ਼ਰਮ ਦੀ ਗੱਲ ਹੈ ਕਿ ਇਹਨਾਂ ਨੇ, ਜਿਨ੍ਹਾਂ ਨੇ ਪੰਜਾਬ ਤੇ 50 ਸਾਲ ਰਾਜ ਕੀਤਾ, ਸਾਡੇ ਇਸ ਵਰਗ ਦੇ ਲੋਕਾਂ ਨੂੰ ਨਾ ਸਿਰਫ ਦੱਬਿਆ ਕੁਚਲਿਆ, ਸਗੋਂ ਖਤਮ ਕਰਨ ਦੀ ਕੋਈ ਕਸਰ ਨਹੀਂ ਛੱਡੀ। ਇਹ ਭੱਜਦੇ ਆ ਇਹਨਾਂ ਮੁੱਦਿਆਂ ਤੋਂ। ਅੱਜ ਮੈਂ ਚੈਲੰਜ ਕਰਦੀ ਹਾਂ ਲੀਡਰ ਆਫ ਆਪੋਜੀਸ਼ਨ, ਆਓ ਆ ਕੇ ਦੱਸੋ ਸਾਨੂੰ ਬਈ 16 ਤੋਂ ਲੈ ਕੇ 20 ਤੱਕ ਤੁਹਾਡੇ ਰਾਜ ਦੇ ਵਿੱਚ ਬੱਚਿਆਂ ਦੇ ਵਜ਼ੀਫੇ ਨਾ ਮਿਲਣ ਕਰਕੇ ਕਿੰਨੇ ਬੱਚਿਆਂ ਦੇ ਸਰਟੀਫਿਕੇਟ ਰੋੜੇ। ਇਹ ਕਿੱਦਾਂ ਪੜ੍ਹਿਆ, ਬਾਹਰ ਜਾ ਕੇ ਪਾਓ। ਪਰ ਜਿਹੜੇ ਬੱਚੇ ਨੂੰ, ਸਪੀਕਰ ਸਾਹਿਬ, ਇਹਨਾਂ ਨੂੰ ਕਹਿਣਾ, ਇਹਨਾਂ ਨੂੰ ਸਮਝਾ ਦਿਓ ਵੀ ਜੇ ਕਿੱਦਾਂ ਪੜ੍ਹਨਾ ਬਾਹਰ ਜਾ ਕੇ ਪਾਓ। ਸਾਡੇ ਜਵਾਕ ਸਰਟੀਫਿਕੇਟ ਨਾ ਮਿਲਣ ਕਰਕੇ ਅੱਜ ਖੁਦਕੁਸ਼ੀਆਂ ਕਰ ਰਹੇ ਆ। ਇਹਨਾਂ ਨੂੰ ਸਮਝਾ ਦਿਓ ਵੀ ਆ ਜਿਹੜਾ ਤਮਾਸ਼ਾ ਤੁਸੀਂ ਕਰ ਰਹੇ ਹੋ ਨਾ, ਇਹਨਾਂ ਨੂੰ ਸਮਝਾ ਦਿਓ ਵੀ ਜਿਹੜਾ ਆ ਤਮਾਸ਼ਾ ਤੁਸੀਂ ਕਰ ਰਹੇ ਹੋ ਇਹ ਸਦਨ ਤੋਂ ਬਾਹਰ ਜਾ ਕੇ ਕਰੋ। ਇੱਥੇ ਲੋਕ, ਅੱਜ ਹਾਲਾਤ ਇਹ ਆ ਸਪੀਕਰ ਸਾਹਿਬ, 93% ਲੋਕ ਸਾਡੇ ਬੱਚੇ ਐਸੇ ਅਨੁਸੂਚਿਤ ਜਾਤੀਆਂ ਨਾਲ ਸੰਬੰਧਿਤ। ਅੱਜ ਸਾਡੀ ਬਹੁਤਾਤ ਆਬਾਦੀ, ਪਰ ਸਮੱਸਿਆ ਇਹ ਆ, ਅੱਜ ਸਮੱਸਿਆ ਇਹ ਆ ਸਪੀਕਰ ਸਾਹਿਬ, ਭਾਈ ਸਾਡੇ ਬੱਚੇ ਅੱਜ ਸਿਰਫ 10 ਮਹੀਨੇ ਵਜ਼ੀਫਾ ਮਿਲਦਾ, 11 ਤੇ 12 ਮਹੀਨੇ ਉਹਨਾਂ ਨੇ ਕਿੱਦਾਂ ਕੱਢਣਾ ਹੁੰਦਾ। ਇਹ ਇਹਨਾਂ ਤੋਂ ਪੁੱਛੋ ਜਿਹੜੀਆਂ ਪਾਲਿਸੀਆਂ ਬਣਾ ਕੇ ਗਏ ਆ, ਇਹਨਾਂ ਤੋਂ ਪੁੱਛੋ ਜਿਹੜੇ ਸਾਡੇ ਜਵਾਕਾਂ ਨਾਲ ਘਾਣ ਕਰਕੇ ਗਏ ਆ। ਜਦੋਂ ਵੀ ਅਸੀਂ ਗੱਲ ਕਰਦੇ ਆ ਕਿ ਸਾਡੀ ਐਸੀ ਸਕਾਲਰਸ਼ਿਪ ਬਾਰੇ ਗੱਲ ਕਰੋ, ਆ ਕਿੱਥੇ ਪਾਉਂਦੇ ਆ ਇੱਥੇ ਖੜ ਕੇ, ਇਹ ਤਮਾਸ਼ਾ ਕਰਦੇ ਆ ਇੱਥੇ ਖੜ ਕੇ। 64 ਕਰੋੜ ਇਹਨਾਂ ਦਾ ਮੰਤਰੀ ਖਾ ਗਿਆ। ਉਦੋਂ ਕਹਿੰਦੇ ਸੀ ਬਈ ਸਾਡੀ ਤਾਂ ਕਲੀਨ ਚਿੱਟ ਆ, ਸਾਡੇ ਵੱਲੋਂ ਸਾਰਿਆਂ ਦੀ ਕਲੀਨ ਚਿੱਟ ਆ। ਸਪੀਕਰ ਸਾਹਿਬ, ਅੱਜ ਇੱਕ ਵਜ਼ੀਫਾ ਲੈਣ ਲਈ
ਆਮਦਨ ਸਰਟੀਫਿਕੇਟ ਦੀ ਲੋੜ ਪੈਂਦੀ ਆ। ਸਾਡੇ ਜਵਾਕਾਂ ਦੇ ਲਈ ਇੱਕ ਬਹੁਤ ਹੀ ਵੱਡੀ ਮੁਸੀਬਤ ਦਾ ਕਾਰਨ ਬਣ ਜਾਂਦਾ। ਆਪਣੀਆਂ ਦਿਹਾੜੀਆਂ ਛੱਡਣੀਆਂ ਪੈਂਦੀਆਂ। ਸਪੀਕਰ ਸਾਹਿਬ, ਜਿਹੜੇ ਮਜ਼ਦੂਰ ਨੂੰ ਆਪਦੀ ਦਿਹਾੜੀ ਆਪਦੇ ਜਵਾਕ ਦੇ ਸਰਟੀਫਿਕੇਟ ਬਣਾਉਣ ਲਈ ਛੱਡਣੀ ਪੈ ਗਈ, ਆਪਣਾ ਵਜ਼ੀਫਾ ਲੈਣ ਲਈ ਛੱਡਣੀ ਪੈ ਗਈ। ਇਹਨਾਂ ਨੇ ਬਣਾਈਆਂ ਪਾਲਿਸੀਆਂ ਕਰਕੇ ਤੁਸੀਂ ਇਹ ਸੋਚੋ ਰਾਤ ਨੂੰ ਆਟਾ ਕਿੱਥੋਂ ਲਿਆਏਗਾ, ਉਹਨਾਂ ਨੂੰ ਖਾਣ ਦਾ ਪ੍ਰਬੰਧ ਕਿੱਥੋਂ ਕਰੇਗਾ। ਸਪੀਕਰ ਸਾਹਿਬ, ਸਭ ਤੋਂ ਵੱਡੀ ਦੁੱਖ ਦੀ ਗੱਲ ਇਹ ਹੈ ਕਿ ਜਿਹੜੀ ਸਕੂਲਾਂ ਦੇ ਵਿੱਚ ਆਨਲਾਈਨ ਪ੍ਰੋਸੈਸਿੰਗ ਕਰਕੇ ਸਾਡੇ ਬੱਚਿਆਂ ਦਾ ਬਾਰ-ਬਾਰ ਫਾਰਮ ਪੋਰਟਲ ਤੇ ਭਰਨੇ ਪੈਂਦੇ ਆ। ਬੜੇ ਸਾਰੇ ਸਾਡੇ ਘਰਾਂ ਦੇ ਬੱਚੇ ਐਸੇ ਆ ਸਪੀਕਰ ਸਾਹਿਬ ਜਿਨ੍ਹਾਂ ਨੂੰ ਆਨਲਾਈਨ ਦਾ ਨਹੀਂ ਪਤਾ। ਬੜੇ ਸਾਰੇ ਸਾਡੇ ਭਰਾ ਐਸੇ ਆ ਜਿਨ੍ਹਾਂ ਨੂੰ ਆਨਲਾਈਨ ਦਾ ਕੁਝ ਨਹੀਂ ਪਤਾ। ਅਧਿਆਪਕਾਂ ਤੇ ਵਾਧੂ ਬੋਝ ਹੋਣ ਕਰਕੇ ਉਹ ਕਿਸੇ ਵੀ ਤਰ੍ਹਾਂ ਦੇ ਇਸ ਪ੍ਰੋਸੈਸ 'ਚ ਨਹੀਂ ਆ ਸਕਦੇ। ਇਸ ਕਰਕੇ ਸਾਨੂੰ ਇਸ ਚੀਜ਼ ਤੇ ਥੋੜੀ ਜਿਹੀ ਛੋਟ ਦਿਵਾਓ ਸਪੀਕਰ ਸਾਹਿਬ। ਇੱਕ ਗੱਲ ਹੋਰ ਕਹਿੰਦੇ ਆ ਸਪੀਕਰ ਸਾਹਿਬ, ਮੈਂ ਬੇਨਤੀ ਕਰਦਾ, ਇੱਕ ਮਿੰਟ ਬੀਬੀ ਜੀ, ਮੈਂ ਬੇਨਤੀ ਕਰਦਾ ਕਿ ਸਦਨ ਦੀ ਮਰਿਆਦਾ ਹੁੰਦੀ ਹੈ। ਜਦੋਂ ਸਪੀਕਰ ਉੱਠਦਾ ਤਾਂ ਸਾਰਿਆਂ ਨੂੰ ਬੈਠ ਜਾਣਾ ਚਾਹੀਦਾ। ਇਹ ਐਸਸੀ ਬੱਚਿਆਂ ਦੀਆਂ ਸਮੱਸਿਆਵਾਂ ਨਾਲ ਸੰਬੰਧਿਤ ਮਤਾ, ਗਰੀਬ ਬੱਚਿਆਂ ਦੀਆਂ ਸਮੱਸਿਆਵਾਂ ਨਾਲ ਸੰਬੰਧਿਤ ਮਤਾ, ਕਿਰਪਾ ਕਰਕੇ ਕਾਰਵਾਈ ਚੱਲਣ ਦਿਓ। ਗਰੀਬਾਂ ਨਾਲ ਧੋ ਨਾ ਕਮਾਇਆ ਜਾਵੇ। ਗਰੀਬ ਬੱਚਿਆਂ ਨਾਲ ਸੰਬੰਧਿਤ ਮਤਾ ਹੈ। ਸਪੀਕਰ ਕਿਰਪਾ ਕਰਕੇ ਸਾਹਿਬ ਇਹਨਾਂ ਨੂੰ ਕਾਰਵਾਈ ਨੂੰ ਚੱਲਣ ਕਿਹੜੀ ਦਿੱਤਾ ਗੱਲ ਜਾਵੇ। ਪਾਉਂਦੇ ਆ? ਜੀ ਬੀਬੀ ਜੀ।